ਅੱਜ ਦੇ ਐਮਏ ਅੱਜ ਦੇ ਐਮਏ ਥਰਡ ਸਮੈਸਟਰ ਦੇ ਵਰਚੁਅਲ ਕਲਾਸ 'ਚ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈਗਾ ਕੱਲ ਦੇ ਲੈਕਚਰ ਨੂੰ ਅੱਗੇ ਵਧਾਵਾਂਗੇ। ਕੱਲ ਅਸੀਂ ਅਮਰੀਕਾ ਦੇ ਕੌਂਸਟੀਟਿਊਸ਼ਨ ਦੀਆਂ ਕੁਝ ਫੀਚਰਸ ਜਿਹੜੀਆਂ ਉਹ ਡਿਸਕਸ ਕੀਤੀਆਂ ਸੀਗੀਆਂ। ਅੱਜ ਦੇ ਲੈਕਚਰ ਦੇ ਵਿੱਚ ਬੇਸਿਕਲੀ ਅਸੀਂ ਕੱਲ ਕਿਹੜੀਆਂ ਫੀਚਰਸ ਡਿਸਕਸ ਕੀਤੀਆਂ ਸੀ। ਅਸੀਂ ਕੱਲ ਰਿਟਨ ਕੌਂਸਟੀਟਿਊਸ਼ਨ ਜਿਹੜਾ ਅਮਰੀਕਾ ਦਾ ਸੰਵਿਧਾਨ ਹੈ ਉਹ ਲਿਖਿਤ ਹੈ। ਫਿਰ ਅਮਰੀਕਾ ਦਾ ਸੰਵਿਧਾਨ ਜਿਹੜਾ ਹੈ ਉਹ ਦੁਨੀਆ ਦਾ ਸਭ ਤੋਂ ਜਿਹੜਾ ਹੈਗਾ ਛੋਟਾ ਸੰਵਿਧਾਨ ਹੈਗਾ। ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਅਮਰੀਕਾ ਦਾ ਸੰਵਿਧਾਨ ਇੱਕ ਕਠੋਰ ਸੰਵਿਧਾਨ ਹੈ। ਮੈਂ ਤੁਹਾਨੂੰ ਕੱਲ ਦੱਸਿਆ ਸੀ ਕਠੋਰ ਸੰਵਿਧਾਨ ਇਹੋ ਜਿਹਾ ਸੰਵਿਧਾਨ ਹੁੰਦਾ ਹੈ ਜਿਹਦੇ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਬਹੁਤ ਜ਼ਿਆਦਾ ਜਿਹੜੀ ਹੈ ਜਟਿਲ ਹੁੰਦੀ ਹੈ। ਇਹੋ ਜਿਹੇ ਕੌਂਸਟੀਟਿਊਸ਼ਨ ਨੂੰ ਅਸੀਂ ਕਠੋਰ ਸੰਵਿਧਾਨ ਉਹ ਕਹਿੰਦੇ ਹਾਂ। ਠੀਕ ਹੈ ਜੀ। ਅਮਰੀਕਾ ਦੇ ਵਿੱਚ ਹੁਣ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਦੱਸ ਦੇਵਾਂ ਕਿ ਜਿਹੜੀ ਸੰਸ਼ੋਧਨ ਪ੍ਰਕਿਰਿਆ ਹੈ ਬਹੁਤ ਜ਼ਿਆਦਾ ਜਟਿਲ ਹੈ। ਅਗਰ ਅਸੀਂ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨਾ ਹੈ ਤਾਂ ਉਹਦੇ ਲਈ ਪਹਿਲੇ ਪ੍ਰਸਤਾਵ ਹੈ ਕਾਂਗਰਸ ਦੇ ਦੋਨੋਂ ਸਦਨ ਹੈ ਉੱਥੇ ਦੇ ਵਿਧਾਨ ਮੰਡਲ ਨੂੰ ਕਾਂਗਰਸ ਕਿਹਾ ਜਾਂਦਾ। ਔਰ ਕਾਂਗਰਸ ਦੇ ਦੋਨੋਂ ਸਦਨ ਹੈ ਉਹਨਾਂ ਵਿੱਚ ਪ੍ਰਸਤਾਵ ਹੈ 2/3 ਬਹੁਮਤ ਨਾਲ ਪਾਸ ਕਰਵਾਉਣਾ ਪੈਂਦਾ। ਅਗਰ ਉਹ ਪਾਸ ਹੋ ਜਾਂਦਾ 2/3 ਬਹੁਮਤ ਦੇ ਨਾਲ, ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਟੋਟਲ ਪ੍ਰਾਂਤ ਹੈਗੇ ਉਹ 50 ਨੇ। ਇਹਨੂੰ ਮਿਲਾ ਕੇ ਇਹਨੂੰ ਹੀ ਅਸੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਉਹ ਕਹਿੰਦੇ। ਸੋ 50 ਚੋਂ 3/4 ਅਗਰ ਰਾਜ ਉਸ ਸੰਸ਼ੋਧਨ ਨੂੰ ਮਨਜ਼ੂਰੀ ਦਿੰਦੇ ਹੈ ਤਾਂ ਸੰਸ਼ੋਧਨ ਹੈ ਸੰਵਿਧਾਨ ਦੇ ਵਿੱਚ ਹੁੰਦਾ। ਆਰਟੀਕਲ 5 ਹੈ ਅਮਰੀਕਨ ਕੌਂਸਟੀਟਿਊਸ਼ਨ ਦੀ ਧਾਰਾ 5 ਹੈ ਉਹਦੇ ਅਧੀਨ ਕਾਂਗਰਸ ਉਹ ਸੋਧ ਕਰ ਸਕਦੀ। ਠੀਕ ਹੈ ਜੀ। ਫਿਰ ਅਸੀਂ ਇੱਕ ਹੋਰ ਪੁਆਇੰਟ ਡਿਸਕਸ ਕੀਤਾ ਸੀਗਾ ਰਿਪਬਲਿਕਨ ਕੌਂਸਟੀਟਿਊਸ਼ਨ, ਗਣਤੰਤਰੀ ਸੰਵਿਧਾਨ। ਹੁਣ ਗਣਤੰਤਰੀ ਸੰਵਿਧਾਨ ਤੋਂ ਕੀ ਭਾਵ ਹੈ? ਜਿੱਦਾਂ ਭਾਰਤ ਦਾ ਸੰਵਿਧਾਨ ਵੀ ਗਣਤੰਤਰੀ ਹੈ। ਗਣਤੰਤਰ ਕੀ ਹੁੰਦਾ ਹੈ ਜਾਂ ਰਿਪਬਲਿਕ ਕੀ ਹੁੰਦਾ ਹੈ? ਜਿਹਦੇ ਵਿੱਚ ਹੈੱਡ ਆਫ ਸਟੇਟ ਹੈ ਉਹ ਲੋਕਾਂ ਦੁਆਰਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਲੈਕਟ ਹੁੰਦਾ ਹੈ। ਇਹੋ ਜਿਹੀ ਵਿਵਸਥਾ ਨੂੰ ਅਸੀਂ ਗਣਤੰਤਰ ਕਹਿੰਦੇ ਹਾਂ। ਔਰ ਇਹੋ ਜਿਹੇ ਸੰਵਿਧਾਨ ਨੂੰ ਅਸੀਂ ਗਣਤੰਤਰੀ ਸੰਵਿਧਾਨ ਉਹ ਕਹਿੰਦੇ ਹਾਂ। ਹੁਣ ਜਿੱਦਾਂ ਇੰਗਲੈਂਡ ਹੈ ਫੋਰ ਐਗਜ਼ਾਮਪਲ, ਇੰਗਲੈਂਡ ਗਣਤੰਤਰੀ ਸੰਵਿਧਾਨ ਨਹੀਂ ਹੈਗਾ। ਉੱਥੇ ਸੰਵਿਧਾਨ ਲਿਖਿਤ ਹੀ ਨਹੀਂ ਹੈ। ਉੱਥੇ ਸਾਰੀ ਚੀਜ਼ ਸਰੋਤ ਹੈ ਕਨਵੈਨਸ਼ਨਸ ਹੋ ਗਈਆਂ, ਜੁਡੀਸ਼ੀਅਲ ਡਿਸੀਜਨਸ ਹੋ ਗਏ ਜਾਂ ਸੰਸਦ ਦੁਆਰਾ ਕਾਨੂੰਨ ਪਾਸ ਕੀਤੇ ਗਏ ਹੈ, ਉਸ ਆਧਾਰ ਉੱਤੇ ਇੰਗਲੈਂਡ ਦੀ ਰਾਜਨੀਤਿਕ ਵਿਵਸਥਾ ਹੈ ਉਹ ਚੱਲਦੀ। ਇੰਗਲੈਂਡ ਦੀ ਰਾਜਨੀਤਿਕ ਵਿਵਸਥਾ ਉਹ ਕਨਵੈਨਸ਼ਨ ਰਿਟਨ ਕੌਂਸਟੀਟਿਊਸ਼ਨ ਹੈਗਾ। ਜਿੱਦਾਂ ਉਹਨਾਂ ਨੂੰ ਰਾਜਨੀਤਿਕ ਸੰਸਥਾਵਾਂ ਦੀ ਲੋੜ ਪਈ ਉਸ ਤਰ੍ਹਾਂ ਉਹਨਾਂ ਨੇ ਰਾਜਨੀਤਿਕ ਸੰਸਥਾਵਾਂ ਦਾ ਉੱਤੇ ਸੀਗਾ ਉਭਾਰ ਹੋਇਆ। ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਹੈ ਕਿ ਉੱਥੇ ਦਾ ਕੌਂਸਟੀਟਿਊਸ਼ਨ ਹੈਗਾ ਇੰਗਲੈਂਡ ਦਾ ਉਹ ਰਿਟਨ ਨਹੀਂ ਹੈਗਾ। ਇੱਥੇ ਦਾ ਕੌਂਸਟੀਟਿਊਸ਼ਨ ਹੈ ਉਹ ਰਿਟਨ ਹੈਗਾ। ਅਗਰ ਚੀਨ ਦੀ ਗੱਲ ਕਰ ਲਈਏ, ਚੀਨ ਦੇ ਵਿੱਚ ਵੀ ਸੰਵਿਧਾਨ ਲਿਖਿਤ ਹੈਗਾ। ਸੋ ਚੀਨ ਵੀ ਰਿਪਬਲਿਕ ਹੈ ਕਿਉਂਕਿ ਉੱਥੇ ਦਾ ਹੈੱਡ ਆਫ ਸਟੇਟ ਵੀ ਲੋਕਾਂ ਦੁਆਰਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਲੈਕਟ। ਸੋ ਫਿਰ ਇੱਕ ਪੁਆਇੰਟ ਅਸੀਂ ਹੋਰ ਡਿਸਕਸ ਕੀਤਾ ਸੀਗਾ ਸੈਪਰੇਸ਼ਨ ਆਫ ਪਾਵਰਸ, ਸ਼ਕਤੀਆਂ ਦੀ ਵੰਡ ਦਾ ਸਿਧਾਂਤ। ਇਹ ਇੱਕ ਰਾਜਨੀਤਿਕ ਵਿਚਾਰਕ ਹੋਇਆ ਮੌਂਟੈਸਕਿਊ। ਉਹਨੇ ਇਹ ਸੀਗਾ ਸੈਪਰੇਸ਼ਨ ਆਫ ਪਾਵਰਸ ਦਾ ਪ੍ਰਿੰਸੀਪਲ ਜਾਂ ਸਿਧਾਂਤ ਦਿੱਤਾ ਸੀਗਾ ਸ਼ਕਤੀਆਂ ਦੀ ਵੰਡ ਦਾ। ਮੌਂਟੈਸਕਿਊ ਸੀਗਾ ਉਹਦਾ ਮੰਨਣਾ ਸੀਗਾ ਕਿ ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਨੂੰ ਇੰਡੀਪੈਂਡੈਂਟਲੀ ਜਾਂ ਸੁਤੰਤਰ ਰੂਪ ਦੇ ਵਿੱਚ ਕੰਮ ਕਰਨਾ ਚਾਹੀਦਾ। ਸੋ ਫਿਰ ਸੰਵਿਧਾਨ ਨਿਰਮਾਤਾ ਸੀ ਜਾਂ ਜਿਹਨੂੰ ਆਪਾਂ ਅਮਰੀਕਨ ਕੌਂਸਟੀਟਿਊਸ਼ਨ ਦੇ ਫਾਦਰ ਵੀ ਕਹਿੰਦੇ ਹਾਂ, ਜੇਮਸ ਮੈਡੀਸਨ, ਉਹਨਾਂ ਨੇ ਜਦੋਂ ਅਮਰੀਕਾ ਦਾ ਕੌਂਸਟੀਟਿਊਸ਼ਨ ਬਣ ਰਿਹਾ ਸੀ ਉਹਨਾਂ ਨੇ ਇੱਕ ਆਪਣੀ ਗੱਲ ਕਹੀ ਸੀ, ਉਹਨੂੰ ਮੈਂ ਕੋਟ ਕਰਨ ਲੱਗਾ ਇੱਥੇ। James Madison wrote in his Federalist, "No political truth is certainly greater of irrestinic value or is stamped with the authority of more enlightened patrons of liberty than that the cumulation of all powers
legislative, executive, and judicial in same hands must justly be pronounced the very definition of tyranny। ਉਹ ਕਹਿੰਦਾ ਕਿ ਅਗਰ ਅਸੀਂ ਸਾਰੀਆਂ ਜਿਹੜੀਆਂ ਸ਼ਕਤੀਆਂ ਹੈ, ਅਗਰ ਅਸੀਂ ਸੈਪਰੇਟ ਨਹੀਂ ਕਰਦੇ ਤਿੰਨਾਂ ਅੰਗਾਂ ਨੂੰ ਇੱਕ ਦੂਸਰੇ ਤੋਂ, ਅਗਰ ਉਹ ਇੱਕੋ ਹੀ ਵਿਅਕਤੀ ਨੂੰ ਦਿੰਦੇ ਆ ਜਾਂ ਇੱਕੋ ਹੀ ਹੱਥ 'ਚ ਰੱਖਦੇ ਆ, ਤਾਂ ਇਟ ਇਜ਼ ਲਾਈਕ ਅ ਸੌਰਟ ਆਫ ਟਿਰਨੀ। ਟਿਰਨੀ ਮਤਲਬ ਉਹ ਇੱਕ ਤਰ੍ਹਾਂ ਦਾ ਜਿਹੜਾ ਹੈ ਆਪਣੇ ਤਾਨਾਸ਼ਾਹੀ ਰਵੱਈਏ ਨੂੰ ਜਾਂ ਤਾਨਾਸ਼ਾਹੀ ਜਿਹੜਾ ਪ੍ਰਵਿਰਤੀ ਹੈ ਉਹਨੂੰ ਜਿਹੜਾ ਹੈ ਉਜਾਗਰ ਜਿਹੜਾ ਉਹ ਕਰੂਗਾ ਜਾਂ ਉਹ ਹੀ ਹੋਏਗੀ। ਸੋ ਇਸ ਕਰਕੇ ਅਮਰੀਕਾ ਦੇ ਜਿਹੜੇ ਸੰਵਿਧਾਨ ਨਿਰਮਾਤਾ ਸੀਗੇ ਉਹਨਾਂ ਨੇ ਮੋਂਟੈਸਕਿਊ ਦਾ ਜਿਹੜਾ ਸਿਧਾਂਤ ਸੀਗਾ ਸ਼ਕਤੀਆਂ ਦੀ ਵੰਡ ਦਾ, ਉਹਨੂੰ ਅਮਰੀਕਾ ਦੇ ਕੌਂਸਟੀਟਿਊਸ਼ਨ ਦੇ ਵਿੱਚ ਜਗ੍ਹਾ ਦੇਣ ਦੀ ਜਿਹੜੀ ਸੀਗੀ ਗੱਲ ਕੀਤੀ। ਸੋ ਪਰ ਉਹਨਾਂ ਦੇ ਸਾਹਮਣੇ ਇੱਕ ਸਮੱਸਿਆ ਹੋਰ ਸੀ ਕਿ ਚਲੋ ਅਸੀਂ ਅਲੱਗ-ਅਲੱਗ ਕਰ ਦਿੰਦੇ ਹਾਂ, ਸ਼ਕਤੀਆਂ ਅਲੱਗ-ਅਲੱਗ ਕਰ ਦਿੰਦੇ ਹਾਂ, ਉਹਨਾਂ ਦਾ ਕਾਰਜ ਖੇਤਰ ਵੀ ਪਰਿਭਾਸ਼ਿਤ ਕਰ ਦਿੰਦੇ ਹਾਂ, ਪਰ ਕੋਈ ਵੇਲਾ ਇੱਦਾਂ ਦਾ ਵੀ ਆ ਸਕਦਾ ਹੈ ਜਦੋਂ ਕੋਈ ਸਰਕਾਰ ਦਾ ਕੋਈ ਵੀ ਜਿਹੜਾ ਅੰਗ ਹੈ ਉਹ ਤਾਨਾਸ਼ਾਹ ਬਣ ਸਕਦਾ ਜਾਂ ਤਾਨਾਸ਼ਾਹੀ ਰਵੱਈਆ ਤਿਆਰ ਕਰ ਸਕਦਾ। ਸੋ ਉਹਨੂੰ ਰੋਕਣ ਵਾਸਤੇ ਉਹਨਾਂ ਨੇ ਸੰਵਿਧਾਨ ਦੇ ਵਿੱਚ ਇੱਕ ਜਿਹੜਾ ਹੈ ਚੈਕਸ ਐਂਡ ਬੈਲੈਂਸਿਸ ਦਾ ਪ੍ਰਿੰਸੀਪਲ ਇਨਸ਼ਰਾਈਨ ਕੀਤਾ ਜਾਂ ਉਹਨੂੰ ਇਨਕਲੂਡ ਕੀਤਾ। ਹੁਣ ਚੈਕਸ ਐਂਡ ਬੈਲੈਂਸਿਸ ਕੀ ਹੈ, ਉੱਥੇ ਦੀ ਜਿਹੜੀ ਸੰਸਦ ਹੈ ਜਾਂ ਵਿਧਾਨ ਪਾਲਿਕਾ ਹੈ ਕਾਂਗਰਸ, ਉਹ ਉੱਥੇ ਰਾਸ਼ਟਰਪਤੀ ਉੱਤੇ ਕੁਝ ਰੋਕਾਂ ਲਾਉਂਦੀ। ਇਸ ਤਰ੍ਹਾਂ ਰਾਸ਼ਟਰਪਤੀ ਜਿਹੜਾ ਹੈ ਉਹ ਜਿਹੜੀ ਉੱਥੇ ਦੇ ਵਿਧਾਨ ਮੰਡਲ ਹੈ ਉਹਦੇ ਉੱਤੇ ਜਿਹੜਾ ਹੈ ਰੋਕਾਂ ਲਾਉਂਦੀ, ਕਿਉਂਕਿ ਕਾਰਜ ਸਾਧਕੀ ਸ਼ਕਤੀਆਂ ਰਾਸ਼ਟਰਪਤੀ ਕੋਲ ਹੈ, ਠੀਕ ਹੈ ਜੀ। ਫਿਰ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ ਉੱਥੇ ਜਿਹੜੀ ਉੱਥੇ ਦਾ ਵਿਧਾਨ ਮੰਡਲ ਹੈ ਕਾਂਗਰਸ ਕੋਲ ਹੈ, ਔਰ ਨਿਆਇਕ ਸ਼ਕਤੀਆਂ ਜਿਹੜੀਆਂ ਉੱਥੇ ਦਾ ਸੁਪਰੀਮ ਕੋਰਟ ਜਿਹੜਾ ਹੈ ਉਹਦੇ ਕੋਲ ਹੈ। ਸੋ ਉਹਨਾਂ ਦੇ ਕਾਰਜ ਖੇਤਰ ਪਰਿਭਾਸ਼ਿਤ ਹੈਗੇ ਸ਼ਕਤੀਆਂ ਦੇ। ਅਗਰ ਅਸੀਂ ਗੱਲ ਕਰੀਏ ਜਾਂ ਸ਼ਕਤੀਆਂ ਦੇ ਨਜ਼ਰੀਏ ਤੋਂ ਅਸੀਂ ਜਿਹੜਾ ਹੈ ਗੱਲ ਕਰੀਏ, ਪਰ ਉੱਥੇ ਕੀ ਹੈ, ਹੁਣ ਇਸੇ ਤਰ੍ਹਾਂ ਜਿਹੜੀ ਨਿਆਂਪਾਲਿਕਾ ਹੈ ਉਹ ਰਾਸ਼ਟਰਪਤੀ ਇਹਦੇ ਉੱਤੇ ਕੁਝ ਰੋਕਾਂ ਲਾਉਂਦੀ ਹੈ ਔਰ ਰਾਸ਼ਟਰਪਤੀ ਕੁਝ ਨਿਆਂਪਾਲਿਕਾ ਉੱਤੇ ਰੋਕਾਂ ਲਾਉਂਦਾ। ਇਸੇ ਤਰ੍ਹਾਂ ਜਿਹੜੀ ਵਿਧਾਨ ਪਾਲਿਕਾ ਹੈ ਉਹ ਨਿਆਂਪਾਲਿਕਾ ਔਰ ਜਿਹੜੀ ਨਿਆਂਪਾਲਿਕਾ ਵਿਧਾਨ ਪਾਲਿਕਾ ਉੱਤੇ ਵੀ ਰੋਕਾਂ ਲਾਉਂਦੀ। ਜਿੱਦਾਂ ਕੋਈ ਵੀ ਕਾਨੂੰਨ ਅਗਰ ਜਿਹੜਾ ਹੈ ਵਿਧਾਨ ਪਾਲਿਕਾ ਵਿੱਚ ਇਹੋ ਜਿਹਾ ਪਾਸ ਹੋ ਜਾਏ ਜਿਹੜਾ ਕਿ ਸੰਵਿਧਾਨਿਕ ਅਨੁਰੂਪਾਂ ਅਨੁਸਾਰ ਨਹੀਂ ਹੈ, ਜਾਂ ਉਹ ਜਿਹੜਾ ਪ੍ਰਾਕ੍ਰਿਤਿਕ ਨਿਆਂ ਹੈ ਉਹਦੀਆਂ ਸ਼ਰਤਾਂ ਨੂੰ ਪੂਰਾ ਨਾ ਕਰਦਾ ਹੋਵੇ, ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਕੀ ਹੁੰਦਾ ਹੈ, ਇਹੋ ਜਿਹੀ ਸਥਿਤੀ ਦੇ ਵਿੱਚ ਜਿਹੜੀ ਨਿਆਂਪਾਲਿਕਾ ਹੈ ਇਹੋ ਜਿਹੇ ਕਾਨੂੰਨ ਨੂੰ ਰੱਦ ਕਰ ਦਿੰਦੀ ਹੈ। ਉਹਦੇ ਕੋਲ ਨਿਆਂਇਕ ਪੁਨਰ ਲਿਖਣ ਦੀ ਸ਼ਕਤੀ ਹੈ। ਜਿੱਦਾਂ ਭਾਰਤ ਦੇ ਵਿੱਚ ਵੀ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਕੋਲ ਨਿਆਂਇਕ ਪੁਨਰ ਲਿਖਣ ਦੀ ਸ਼ਕਤੀ ਹੈ। ਅਸੀਂ ਉਹ ਇਹ ਕਨਸੈਪਟ ਸਾਰਾ ਅਮਰੀਕਾ ਤੋਂ ਲਿਆ, ਪਰ ਜਦੋਂ ਨਿਆਂਇਕ ਪੁਨਰ ਲਿਖਣ ਦੀ ਗੱਲ ਹੁੰਦੀ ਹੈ ਉੱਥੇ ਕਾਨੂੰਨ ਨੂੰ ਭਾਰਤ ਦੇ ਵਿੱਚ ਇੱਕ ਤਰ੍ਹਾਂ ਨਾਲ ਜਾਂਚਿਆ ਜਾਂਦਾ, ਜੋ ਕੁਝ ਸੰਵਿਧਾਨ ਦੇ ਵਿੱਚ ਲਿਖਿਆ ਹੈ ਜਾਂ ਜੋ ਵੀ ਸੰਵਿਧਾਨਿਕ ਪ੍ਰਾਵਧਾਨ ਹੈਗੇ ਹੈ ਉਹਦੇ ਅਨੁਸਾਰ ਜਿਹੜਾ ਹੈ ਕਾਨੂੰਨ ਨੂੰ ਮਾਪਿਆ ਜਾਂਦਾ ਹੈ ਜਾਂ ਦੇਖਿਆ ਜਾਂਦਾ, ਉਹਦੇ ਅਨੁਸਾਰ ਕਾਨੂੰਨ ਨੂੰ ਰੱਖਿਆ ਜਾਂਦਾ ਜਾਂ ਰੱਦ ਕੀਤਾ ਜਾਂਦਾ। ਜਦ ਕਿ ਜਿਹੜਾ ਅਮਰੀਕਾ ਹੈ ਉਹਦੇ ਵਿੱਚ ਕਾਨੂੰਨ ਨੂੰ ਜਾਂਚਣ ਦੇ ਦੋ ਤਰੀਕੇ ਹੈ। ਇੱਕ ਇਹਦੇ ਨਾਲ ਮੈਂ ਦੋ ਪੁਆਇੰਟ ਤੁਹਾਨੂੰ ਡਿਸਕਸ ਕਰਤੇ, ਨਿਆਂਇਕ ਪੁਨਰ ਲਿਖਣ ਵਾਲਾ ਪੁਆਇੰਟ ਵੀ ਡਿਸਕਸ ਨਾਲ ਹੀ ਤੁਹਾਨੂੰ ਕਰ ਰਿਹਾ। ਸੋ ਉਹਦੇ ਵਿੱਚ ਕੀ ਹੈ, ਦੋ ਤਰ੍ਹਾਂ ਨਾਲ ਕਾਨੂੰਨ ਦੀ ਜਾਂਚ ਹੁੰਦੀ ਹੈ, ਇੱਕ ਪ੍ਰਾਕ੍ਰਿਤਿਕ ਨਿਆਂ ਦੇ ਪ੍ਰਾਵਧਾਨਾਂ ਅਨੁਸਾਰ ਔਰ ਇੱਕ ਜੋ ਸੰਵਿਧਾਨ ਦੇ ਵਿੱਚ ਲਿਖਿਆ ਉਹਦੇ ਅਨੁਸਾਰ। ਅਗਰ ਕਿਸੇ ਦੋਨਾਂ ਮਾਪਦੰਡਾਂ 'ਚੋਂ ਕੋਈ ਮਾਪਦੰਡ ਨਾ ਪੂਰਾ ਕਰਦਾ ਹੋਵੇ, ਕਾਨੂੰਨ ਲੈਕ ਕਰਦਾ ਹੋਵੇ, ਤਾਂ ਉਹਨੂੰ ਸੁਪਰੀਮ ਕੋਰਟ ਜਿਹੜੀ ਹੈ ਉਹਦੀ ਨਿਆਂਪਾਲਿਕਾ ਜਿਹੜੀ ਹੈ ਉਹ ਜਿਹੜਾ ਹੈ ਰੱਦ ਕਰ ਦਿੰਦੀ। ਠੀਕ ਹੈ ਜੀ। ਹੁਣ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ, ਅਧਿਆਕਸ਼ਾਤਮਕ ਪ੍ਰਣਾਲੀ। ਅਧਿਆਕਸ਼ਾਤਮਕ ਪ੍ਰਣਾਲੀ ਕੀ ਹੁੰਦੀ ਹੈ? ਹੁਣ ਦੋ ਤਰ੍ਹਾਂ ਦੀਆਂ ਵਿਵਸਥਾਵਾਂ ਹੈ ਜਾਂ ਦੋ ਤਰ੍ਹਾਂ ਦੇ ਜਿਹੜੇ ਆ ਤੁਸੀਂ ਕਹਿ ਲਓ ਸ਼ਾਸਨ ਵਿਵਸਥਾਵਾਂ ਹੈ ਜਿਹੜੀਆਂ ਵਿਸ਼ਵ ਦੇ ਦੇਸ਼ਾਂ ਵਿੱਚ ਚੱਲਦੀਆਂ। ਇੱਕ ਨੂੰ ਆਪਾਂ ਕਹਿੰਦੇ ਹਾਂ ਸੰਸਦੀय ਪ੍ਰਣਾਲੀ ਔਰ ਦੂਸਰੀ ਨੂੰ ਅਸੀਂ ਕਹਿੰਦੇ ਹਾਂ ਅਧਿਆਕਸ਼ਾਤਮਕ ਪ੍ਰਣਾਲੀ। ਸੰਸਦੀय ਪ੍ਰਣਾਲੀ ਦੇ ਵਿੱਚ ਕਾਰਜਪਾਲਿਕਾ, ਵਿਧਾਨ ਪਾਲਿਕਾ, ਨਿਆਂਪਾਲਿਕਾ ਵਿਚਕਾਰ ਜਿਹੜਾ ਹੈ ਸ਼ਕਤੀਆਂ ਦੀ ਵੰਡ ਨਹੀਂ ਹੁੰਦੀ, ਔਰ
ਜਿਹੜੀ ਕਾਰਜਪਾਲਿਕਾ ਔਰ ਵਿਧਾਨਪਾਲਿਕਾ ਹੈ ਸੰਸਦੀय ਪ੍ਰਣਾਲੀ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਕਲੈਕਟਿਵ ਜ਼ਿੰਮੇਵਾਰੀ ਵੀ ਹੁੰਦੀ ਹੈ, ਸਮੂਹਿਕ ਜ਼ਿੰਮੇਵਾਰੀ ਵੀ ਹੁੰਦੀ ਹੈ ਅਤੇ ਵਿਅਕਤੀਗਤ ਜ਼ਿੰਮੇਵਾਰੀ ਵੀ ਹੁੰਦੀ ਹੈ। ਸਮੂਹਿਕ ਜ਼ਿੰਮੇਵਾਰੀ ਕਿੱਦਾਂ? ਅਗਰ ਪ੍ਰਧਾਨ ਮੰਤਰੀ ਕੋਲ ਕੋਈ ਗਲਤ ਹੋ ਜਾਂਦਾ ਹੈ, ਗਲਤ ਕੰਮ ਹੋ ਜਾਂਦਾ ਹੈ, ਫਿਰ ਉਹ ਰਿਜ਼ਾਈਨ ਕਰਦਾ, ਉਹਨੂੰ ਦੇਖਦਾ ਹੋਇਆ ਤਾਂ ਪੂਰਾ ਮੰਤਰੀ ਮੰਡਲ ਜਾਂਦਾ। ਅਗਰ ਮੰਤਰੀ ਕੋਲ ਕੋਈ ਗਲਤੀ ਹੁੰਦੀ ਹੈ ਜਾਂ ਮੰਤਰੀ ਕੋਈ ਗਲਤੀ ਕਰ ਦਿੰਦਾ ਹੈ, ਮੰਤਰੀ ਜਿਹੜਾ ਹੈ ਠੀਕ ਤਰ੍ਹਾਂ ਕੰਮ ਨਹੀਂ ਕਰਦਾ, ਤਾਂ ਪ੍ਰਧਾਨ ਮੰਤਰੀ ਉਸ ਨੂੰ ਜਿਹੜਾ ਹੈ ਨਿਰਵਾਸਿਤ ਵੀ ਕਰ ਸਕਦਾ, ਡਿਸਮਿਸ ਵੀ ਕਰ ਸਕਦਾ ਹੈ ਔਰ ਉਹਦੇ ਕੋਲੋਂ ਤਿਆਗ ਪੱਤਰ ਵੀ ਲੈ ਸਕਦਾ। ਸੋ ਉਹਨੂੰ ਕਹਿ ਸਕਦਾ ਕਿ ਤੁਸੀਂ ਆਪਣਾ ਜਿਹੜਾ ਹੈ ਰੈਜ਼ੀਗਨੇਸ਼ਨ ਜਿਹੜਾ ਦੇ ਦਿਓ, ਜਿਹੜੀ ਪਬਲਿਕ ਓਪੀਨੀਅਨ ਹੈ ਤੁਹਾਡਾ ਜਿਹੜੀ ਹੈ ਫੇਵਰ ਦੇ ਵਿੱਚ ਨਹੀਂ ਹੈ। ਠੀਕ ਹੈ। ਸੋ ਦੋਨੋਂ ਤਰ੍ਹਾਂ ਦੀ ਰਿਸਪੌਂਸਿਬਿਲਿਟੀ। ਹੁਣ ਜਿਹੜੀ ਅਧਿਆਕਸ਼ਾਤਮਕ ਪ੍ਰਣਾਲੀ ਹੈ ਟੋਟਲੀ ਡਿਫਰੈਂਟ ਹੈ। ਜੇ ਅਸੀਂ ਇਹਨੂੰ ਬਹੁਤ ਆਸਾਨ ਤਰੀਕੇ ਨਾਲ ਸਮਝਣਾ ਹੈ, ਜਿਹੜੀ ਸੰਸਦੀय ਪ੍ਰਣਾਲੀ ਦੀ ਡੈਫੀਨੇਸ਼ਨ ਹੈ ਉਹਨੂੰ ਬਿਲਕੁਲ ਉਲਟਾ ਕਰ ਦਿਓ। ਕਾਰਜਪਾਲਿਕਾ ਔਰ ਵਿਧਾਨਪਾਲਿਕਾ ਵਿੱਚ ਡੂੰਘਾ ਸੰਬੰਧ ਨਹੀਂ ਹੁੰਦਾ, ਇੱਕ ਦੂਸਰੇ ਦੇ ਪ੍ਰਤੀ ਜਿਹੜੇ ਹੈ ਜ਼ਿੰਮੇਵਾਰ ਨਹੀਂ ਹੁੰਦੇ ਜਾਂ ਇੱਕ ਦੂਸਰੇ ਦੇ ਪ੍ਰਤੀ ਉੱਤਰਾਦਾਈ ਨਹੀਂ ਹੁੰਦੇ। ਇਹੋ ਜਿਹੀ ਜਿਹੜੀ ਵਿਵਸਥਾ ਹੈ ਉਹਨੂੰ ਅਸੀਂ ਜਿਹੜਾ ਹੈਗਾ ਆਪਾਂ ਕਹਿੰਦੇ ਹਾਂ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਜਾਂ ਅਧਿਆਕਸ਼ਾਤਮਕ ਪ੍ਰਣਾਲੀ। ਠੀਕ ਹੈ ਜੀ। ਹੁਣ ਜਿੱਦਾਂ ਫੋਰ ਐਗਜ਼ਾਮਪਲ ਜਿਹੜਾ ਰਾਸ਼ਟਰਪਤੀ ਹੈ ਉੱਥੇ ਉਹਨੂੰ ਸਦਨ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ, ਤੇ ਸਦਨ ਦਾ ਮੈਂਬਰ ਹੁੰਦਾ ਵੀ ਨਹੀਂ। ਰਾਸ਼ਟਰਪਤੀ ਜਿਹੜਾ ਹੈ ਵਿਧਾਨ ਮੰਡਲ ਦੇ ਵਿੱਚ ਉਦੋਂ ਬੁਲਾਇਆ ਜਾਂਦਾ ਉਹਨੂੰ ਜਦੋਂ ਵਿਧਾਨ ਮੰਡਲ ਚਾਹੁੰਦਾ ਹੈ ਕਿ ਉਹਨੂੰ ਬੁਲਾਉਣ ਦੀ ਜ਼ਰੂਰਤ ਪਈ ਹੈ। ਅਦਰਵਾਈਜ਼ ਕੋਈ ਇੰਟਰਫੇਰੈਂਸ ਨਹੀਂ ਹੈ। ਕਾਨੂੰਨ ਬਣਾਉਣ ਦਾ ਕੰਮ ਜਿਹੜਾ ਹੈ ਉੱਥੇ ਤਾਂ ਜਿਹੜੀ ਵਿਧਾਨ ਮੰਡਲ ਹੈ ਕਾਂਗਰਸ ਦੇ ਕੋਲ ਹੈ, ਹੋਰ ਕਿਸੇ ਕੋਲ ਨਹੀਂ ਹੈ ਕੰਮ ਕਰਨ ਦਾ ਜਿਹੜਾ ਜ਼ਿੰਮਾ ਜਿਹੜਾ ਹੈਗਾ ਉੱਥੇ ਹੋਰ ਕਿਸੇ ਕੋਲ ਨਹੀਂ। ਸੋ ਇਹ ਹੋ ਗਿਆ ਤੁਹਾਡਾ ਅਧਿਆਕਸ਼ਾਤਮਕ ਪ੍ਰਣਾਲੀ ਹੋ ਗਈ। ਫਿਰ ਉੱਥੇ ਜਿੱਦਾਂ ਭਾਰਤ ਦੇ ਵਿੱਚ ਫੰਡਾਮੈਂਟਲ ਰਾਈਟਸ ਹੈਗੇ, ਬਿੱਲ ਆਫ ਰਾਈਟਸ। ਬਿੱਲ ਆਫ ਰਾਈਟਸ ਜਦੋਂ ਓਰੀਜਨਲ ਕਨਸਟੀਟਿਊਸ਼ਨ ਬਣਿਆ ਸੀਗਾ ਉਹਦੇ ਵਿੱਚ ਨਹੀਂ ਸੀਗਾ, ਪਰ ਜਿਹੜੇ ਪਹਿਲੇ 10 ਸੰਸ਼ੋਧਨ ਕੀਤੇ ਗਏ ਉਸ ਰਾਹੀਂ ਜਿਹੜੇ ਅਧਿਕਾਰ ਪੱਤਰ ਸੀਗਾ ਉਹਨੂੰ ਅਮਰੀਕਾ ਦੇ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਸੀਗਾ ਸ਼ਾਮਿਲ ਕੀਤਾ ਗਿਆ। ਇੱਥੇ ਦ ਕਨਸਟੀਟਿਊਸ਼ਨ ਅਡਾਪਟਡ ਬਾਈ ਦ ਫਿਲਡਲਫੀਆ ਕਨਵੈਨਸ਼ਨ ਸਬਸੀਕੁਐਂਟਲੀ ਰੈਟੀਫਾਈਡ ਬਾਈ ਦ ਸਟੇਟਸ ਡਿਡ ਨਾਟ ਕੰਟੇਨ ਦ ਬਿੱਲ ਆਫ ਰਾਈਟਸ। ਉਹ ਕਹਿੰਦਾ ਜਿਹੜਾ ਫਿਲਡਲਫੀਆ ਕਨਵੈਨਸ਼ਨ ਨੇ ਸੰਵਿਧਾਨ ਬਣਾਇਆ ਸੀਗਾ ਉਹਦੇ ਵਿੱਚ ਜਿਹੜਾ ਹੈ ਬਿੱਲ ਆਫ ਰਾਈਟਸ ਨਹੀਂ ਸੀ, ਪਰ ਬਾਅਦ ਦੇ ਵਿੱਚ ਜਿਹੜਾ ਹੈ ਸੰਵਿਧਾਨਿਕ ਸੰਸ਼ੋਧਨ ਕੀਤਾ ਗਿਆ ਸੰਵਿਧਾਨ ਦੇ ਵਿੱਚ, ਜਿਹਦੇ ਰਾਹੀਂ ਜਿਹੜੇ ਪ੍ਰਮੁੱਖ ਅਧਿਕਾਰ ਹੈਗੇ ਆ ਲੋਕਾਂ ਦੇ ਉਹਨਾਂ ਨੂੰ ਜਿਹੜਾ ਹੈ ਸ਼ਾਮਿਲ ਜਿਹੜਾ ਹੈ ਕੀਤਾ ਗਿਆ। ਠੀਕ ਹੈ ਜੀ। ਹੁਣ ਬਿੱਲ ਆਫ ਰਾਈਟਸ ਦੇ ਵਿੱਚ ਜਿੱਦਾਂ ਕਿਹੜੇ ਰਾਈਟਸ ਉੱਥੇ ਦੇ ਲੋਕਾਂ ਨੂੰ ਦਿੱਤੇ ਗਏ ਆ, ਕਿਹੜੇ ਅਧਿਕਾਰ ਉੱਥੇ ਦੇ ਲੋਕਾਂ ਨੂੰ ਦਿੱਤੇ ਗਏ ਆ। It guarantees among the other things ठीक है जी, other things freedom of speech, press, assembly and petition, the right to bear arms। ਉੱਥੇ ਮਤਲਬ ਤੁਸੀਂ ਜਿਹੜਾ ਹੈ ਹਥਿਆਰ ਰੱਖ ਸਕਦੇ ਆ ਬਿਨਾਂ ਲਾਇਸੈਂਸ। ਪਰ ਪਿੱਛੇ ਜੇ ਉੱਥੇ ਕਾਂਗਰਸ ਨੇ ਜਿਹੜਾ ਹੈ ਇੱਕ ਜਿਹੜਾ ਹੈ ਆਪਣੇ ਉਹਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆ ਕਿ ਜਿਹਦੇ ਹੁਣ ਹਥਿਆਰ ਰੱਖਣ ਵਾਸਤੇ ਲਾਇਸੈਂਸ ਦੀ ਜਿਹੜੀ ਉੱਥੇ ਲੋੜ ਪੈਂਦੀ। ਅੱਛਾ, ਹੋਰ ਕਾਂਗਰਸ ਸ਼ੈਲ ਮੇਕ ਨੋ ਲਾਅ ਰਿਸਪੈਕਟਿੰਗ ਦ ਐਸਟੈਬਲਿਸ਼ਮੈਂਟ ਆਫ ਰਿਲੀਜਨ ਔਰ ਪ੍ਰੋਹਿਬਿਟਿੰਗ ਦੀ ਫ੍ਰੀ ਐਕਸਰਸਾਈਜ਼ ਆਫ ਇਟ। ਉਹ ਕਹਿੰਦੇ ਕਿ ਕਾਂਗਰਸ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਾਏਗੀ, ਨੋ ਲਾਅ ਆਫ ਰਿਸਪੈਕਟਿੰਗ ਐਸਟੈਬਲਿਸ਼ਮੈਂਟ ਆਫ ਰਿਲੀਜਨ ਦੇ ਆਧਾਰ ਉੱਤੇ ਕੋਈ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਨਹੀਂ ਬਣੇਗਾ, ਨਾ ਉਹਦੀ ਕਿਸੇ ਵੀ ਧਰਮ ਨੂੰ ਹੋਂਦ ਵਿੱਚ ਲਿਆਉਣ ਵਾਸਤੇ, ਨਾ ਹੀ ਉਸ ਨੂੰ ਰੋਕਣ ਵਾਸਤੇ। ਠੀਕ ਹੈ ਜੀ। ਫਿਰ ਐਬਸੈਂਸ ਆਫ ਨੈਸ਼ਨਲ ਸਫਰੇਜ। ਐਬਸੈਂਸ ਆਫ ਨੈਸ਼ਨਲ ਸਫਰੇਜ ਕੀ ਹੈ? One of the peculiar features of American Constitution is that its framers did not lay down the qualification of voters. It is therefore that the state confer the right to vote. However, the 15th and 19th Amendments forbid states to deny the right to vote because of race color। ਉਹ ਕਹਿੰਦਾ ਕਿ ਕਿਸੇ ਨੂੰ ਵੀ ਵੋਟ ਪਾਉਣ ਦੇ ਅਧਿਕਾਰ ਤੋਂ ਵੰਚਿਤ ਨਹੀਂ ਰੱਖਿਆ ਜਾ ਸਕਦਾ। ਜਿੱਦਾਂ ਭਾਰਤ ਦੇ ਵਿੱਚ ਹਰ ਵਿਅਕਤੀ ਜਿਹਦੀ ਉਮਰ 18 ਸਾਲ ਹੈ ਬਿਨਾਂ ਕਿਸੇ ਭੇਦਭਾਵ ਦੇ ਉਹਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ,
ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਜਿਹੜਾ ਵਾ 15ਵਾਂ ਸੰਸ਼ੋਧਨ ਹੋਇਆ ਅਤੇ 19ਵਾਂ ਸੰਸ਼ੋਧਨ ਹੋਇਆ, ਉਸ ਰਾਹੀਂ ਸਟੇਟਸ ਨੂੰ ਜਿਹੜਾ ਸੀਗਾ ਉਹ ਇਸ ਗੱਲ ਲਈ ਪ੍ਰਤੀਬੱਧ ਕੀਤਾ ਗਿਆ ਕਿ ਉਹ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਧਰਮ, ਜਾਤੀ, ਰੇਸ, ਕਲਰ ਦੇ ਆਧਾਰ ਉੱਤੇ ਕਿਸੇ ਵੀ ਨਾਲ ਭੇਦਭਾਵ ਨਹੀਂ ਕਰੇਗੀ ਔਰ ਉਸ ਨੂੰ ਜਿਹੜਾ ਹੈਗਾ ਹੈ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈ ਉਹ ਮਿਲੂਗਾ। ਠੀਕ ਹੈ ਜੀ। ਫਿਰ ਡਿਊਅਲ ਸਿਟੀਜ਼ਨਸ਼ਿਪ, ਦੋਹਰੀ ਨਾਗਰਿਕਤਾ। ਦੋਹਰੀ ਨਾਗਰਿਕਤਾ ਦਾ ਪ੍ਰਾਵਧਾਨ ਜਿਹੜਾ ਹੈ ਅਮਰੀਕਾ ਦੇ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਕੀਤਾ ਹੋਇਆ। ਦੋਹਰੀ ਨਾਗਰਿਕਤਾ ਮਤਲਬ ਇਹ ਹੈ ਕਿ ਹੁਣ ਜਿੱਦਾਂ ਭਾਰਤ ਹੈ, ਭਾਰਤ ਦੇ ਵਿੱਚ ਜਿਹੜਾ ਹੈ ਇਕਹਾਰੀ ਨਾਗਰਿਕਤਾ ਮਤਲਬ ਸਿੰਗਲ ਸਿਟੀਜ਼ਨਸ਼ਿਪ ਹੈ, ਜਿੱਥੇ ਭਾਰਤ ਦੇ ਨਾਗਰਿਕਾਂ ਨੂੰ ਭਾਰਤ ਦੀ ਜਿਹੜੀ ਹੈ ਉਹ ਨਾਗਰਿਕਤਾ ਮਿਲਦੀ ਹੈ। ਜਿਸ ਪ੍ਰਾਂਤ ਵਿੱਚ ਉਹ ਜੰਮੇ ਹੈ ਜਾਂ ਰਹਿੰਦੇ ਆ ਉਸ ਪ੍ਰਾਂਤ ਦੀ ਨਾਗਰਿਕਤਾ ਨਹੀਂ ਮਿਲਦੀ। ਜਦ ਕਿ ਅਮਰੀਕਾ ਦੇ ਵਿੱਚ ਜਿਹੜਾ ਜਿਸ ਪ੍ਰਾਂਤ ਦੇ ਵਿੱਚ ਲੋਕ ਜੰਮੇ ਆ ਉਸ ਪ੍ਰਾਂਤ ਦੀ ਵੀ ਉਸ ਨੂੰ ਜਿਹੜੀ ਹੈ ਨਾਗਰਿਕਤਾ ਮਿਲਦੀ ਹੈ। ਨਾਲ ਹੀ ਨਾਲ ਉੱਥੇ ਜਿਹੜਾ ਹੈਗਾ ਹੈ ਉਹ ਜਿਹੜੀ ਰਾਸ਼ਟਰੀ ਨਾਗਰਿਕਤਾ ਹੈ, ਉਹ ਦੇਸ਼ ਦੀ ਨਾਗਰਿਕਤਾ ਉਹ ਵੀ ਹੁੰਦੀ ਹੈ। ਇਹਨੂੰ ਆਪਾਂ ਕਹਿੰਦੇ ਹਾਂ ਡਿਊਅਲ ਸਿਟੀਜ਼ਨਸ਼ਿਪ। ਸੋ ਹੁਣ ਇਹਦੇ ਨਾਲ ਜਿਹੜਾ ਹੈਗਾ ਹੈ ਸਾਡਾ ਇਹ ਕੁਐਸਚਨ ਜਿਹੜਾ ਹੈ ਉਹ ਆਪਣੇ ਇਖਤਤਾਮ ਤੱਕ ਪਹੁੰਚਦਾ ਹੈ, ਆਪਣੇ ਇੰਜਾਮ ਤੱਕ ਜਿਹੜਾ ਹੈ ਉਹ ਪਹੁੰਚਦਾ ਹੈ। ਸੋ ਅਸੀਂ ਥੋੜ੍ਹਾ ਜਿਹਾ ਇਹਦੇ ਵਿੱਚ ਦੇਖ ਲਈਏ ਆਰਟੀਕਲ 1 ਦੇ ਵਿੱਚ ਕੀ ਹੈ ਜਾਂ ਆਰਟੀਕਲ 2 ਦੇ ਵਿੱਚ ਵੀ। ਆਰਟੀਕਲ 1 ਦੇ ਵਿੱਚ ਕਾਰਜ ਸਾਧਕੀ ਸ਼ਕਤੀਆਂ ਜਿਹੜੀਆਂ ਉਹ ਰਾਸ਼ਟਰਪਤੀ ਨੂੰ ਦਿੱਤੀਆਂ ਗਈਆਂ। ਠੀਕ ਹੈ ਜੀ। ਹੁਣ ਅਗਲਾ ਜਿਹੜਾ ਸਾਡਾ ਕੁਐਸਚਨ ਬਣਦਾ ਹੈ ਉਹ ਤੁਸੀਂ ਨੋਟ ਡਾਊਨ ਕਰ ਲਈਓ ਇਹਨੂੰ ਸੁਣ ਕੇ ਲੈਕਚਰ ਨੂੰ। The Constitution of USA is like Britain, is a living fee fund system. Discuss. Living fee fund system. Discuss. और ये ਤੁਹਾਨੂੰ क्वेश्चन इस तरह भी आ सकता है. The American Constitution has necessarily changed as nation has changed. Discuss. The Constitution of USA is a skeleton which customs the exigencies of party warfare, national emergencies and economic development have clothed with flesh, with the national faith, love and imbued with life. Discuss. ਠੀਕ ਹੈ ਜੀ। ਇਹਦੇ ਵਿੱਚ ਬੇਸਿਕਲੀ ਅਸੀਂ ਗਰੋਥ ਦੱਸਣੀ ਹੈ ਅਮਰੀਕਨ ਕਨਸਟੀਟਿਊਸ਼ਨ ਨੇ, ਗਰੋਥ ਕਿੱਦਾਂ ਹੋਈ। ਠੀਕ ਹੈ ਜੀ। ਇਹ ਕੱਲ੍ਹ ਨੂੰ ਅਸੀਂ ਜਿਹੜਾ ਹੈ ਪਰਸੋਂ ਵਾਲੇ ਲੈਕਚਰ 'ਚ ਇਹਨੂੰ ਡਿਸਕਸ ਮੈਂ ਤੁਹਾਨੂੰ ਕਰੂੰਗਾ। ਇੱਕ ਤੁਹਾਡੇ ਵਾਸਤੇ ਜਿਹੜਾ ਹੈ ਖੁਸ਼ਖਬਰੀ ਹੈਗੀ ਹੈ ਕਿ ਤੁਹਾਡੀਆਂ ਸ਼ਾਇਦ ਆਫਲਾਈਨ ਕਲਾਸਾਂ ਜਿਹੜੀਆਂ ਫਸਟ ਵੀਕ ਆਫ ਅਕਤੂਬਰ ਤੋਂ ਸ਼ਾਇਦ ਸ਼ੁਰੂ ਹੋ ਜਾਣ, ਮਤਲਬ ਲਗਭਗ 4 ਤਰੀਕ ਦੇ ਲਗਭਗ ਜਿਹੜੀਆਂ ਸ਼ੁਰੂ ਹੋ ਜਾਣ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਫੈਡਰਲ ਫੀਚਰਸ ਜਿਹੜੇ ਹੈ ਉਹ ਕਰਾਂਗੇ। ਠੀਕ ਹੈ ਜੀ। ਅੱਜ ਦਾ ਲੈਕਚਰ ਮੈਂ ਇੱਥੇ ਆਪਣਾ ਇਹਨੂੰ ਖਤਮ ਕਰਦਾ ਔਰ ਹੋਪ ਹੈ ਕਿ ਤੁਸੀਂ ਇਹਨੂੰ ਸੁਣੋਗੇ ਚੰਗੀ ਤਰ੍ਹਾਂ ਔਰ ਉਸ ਹਿਸਾਬ ਨਾਲ ਜਿਹੜਾ ਹੈ